ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਾਰਨ ਕੌਰਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਤੇ ਪਹਿਲਾਂ ਚੁਣਵੀਆਂ ਖਬਰਾਂ। ਜਹਾਜ਼ ਲੈਂਡਿੰਗ ਤਕਨੀਕ ਵਿੱਚ ਭਾਰਤ ਦੀ ਨਵੀਂ ਉਡਾਣ। ਖਰਾਬ ਮੌਸਮ ਵਿੱਚ ਵੀ ਆਸਾਨੀ ਨਾਲ ਉਤਾਰੇ ਜਾ ਸਕਣਗੇ ਜਹਾਜ਼। AAI ਨੇ ਇਸਰੋ ਨਾਲ ਮਿਲ ਕੇ ਬਣਾਇਆ ਨਵਾਂ ਸਿਸਟਮ। ਜੋ ਬਾਈਡਨ यूक्रेन ਨੂੰ ਦੇਵੇਗਾ $33 ਅਰਬ। ਰੂਸੀ ਰਈਸਾਂ ਦੀ ਜਾਇਦਾਦ ਤੇ ਹੋਵੇਗਾ ਕਬਜ਼ਾ। ਰਾਸ਼ਟਰਪਤੀ ਬਾਈਡਨ ਟੋਕੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ। ਵਾਈਟ ਹਾਊਸ। ਅਮਰੀਕਾ ਭਾਰਤ ਨਾਲ ਰੱਖਿਆ ਵਪਾਰ ਵਿੱਚ ਆਫਸੈਟ ਲੋੜਾਂ ਵੱਡਾ ਅੜਿੱਕਾ। ਸਿੱਖਿਆ ਖੇਤਰ ਵਿੱਚ ਭਾਈਵਾਲੀ ਲਈ ਭਾਰਤੀ ਵਫਦ ਅਮਰੀਕੀ ਦੌਰੇ ਤੇ। ਅਮਰੀਕਾ ਵਿੱਚ ਗੋਲੀਬਾਰੀ, ਕੰਪਨੀ ਦੇ ਮਾਲਕ ਸਣੇ 4 ਲੋਕਾਂ ਦੀ ਹੱਤਿਆ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਜਹਾਜ਼ ਲੈਂਡਿੰਗ ਦੇ ਮਾਮਲੇ ਵਿੱਚ ਭਾਰਤ ਨੇ ਨਵੀਂ ਉਡਾਣ ਭਰੀ ਹੈ। ਵੀਰਵਾਰ ਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਇਸਰੋ ਦੇ ਸਹਿਯੋਗ ਨਾਲ ਜਹਾਜ਼ ਲੈਂਡ ਕਰਵਾਉਣ ਦੀ ਨਵੀਂ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ। ਇੰਡੀਗੋ 에ਅਰਲਾਈਨ ਦੇ ਜਹਾਜ਼ ਨੇ ਰਾਜਸਥਾਨ ਦੇ ਕਿਸ਼ਨਗੜ੍ਹ ਸਥਿਤ ਹਵਾਈ ਅੱਡੇ ਤੇ ਗਗਨ ਆਧਾਰਿਤ LPV ਤਕਨੀਕ ਰਾਹੀਂ ਜਹਾਜ਼ ਲੈਂਡ ਕਰਵਾਇਆ ਸੀ। ਅਮਰੀਕਾ, ਯੂਰਪ ਤੇ ਜਾਪਾਨ ਤੋਂ ਬਾਅਦ ਭਾਰਤ ਚੌਥਾ ਦੇਸ਼ ਹੈ ਜਿਸ ਨੇ ਇਹ ਤਕਨੀਕ ਵਿਕਸਿਤ ਕੀਤੀ ਹੈ। ਦੂਰ ਦੁਰਾਡੇ ਖੇਤਰਾਂ ਵਿੱਚ ਸਥਿਤ ਛੋਟੇ ਹਵਾਈ ਅੱਡਿਆਂ ਤੇ ਖਰਾਬ ਮੌਸਮ ਵਿੱਚ ਹਵਾਈ ਜਹਾਜ਼ ਦੀ ਲੈਂਡਿੰਗ ਕਰਵਾਉਣਾ ਸਭ ਤੋਂ ਚੁਣੌਤੀ ਭਰਿਆ ਕੰਮ ਹੁੰਦਾ ਹੈ। ਇਹੀ ਕਾਰਨ ਹੈ ਕਿ ਅਕਸਰ ਮੌਸਮ ਥੋੜਾ ਜਿਹਾ ਖਰਾਬ ਹੁੰਦੇ ਹੀ ਉਡਾਣ ਰੋਕਣੀ ਪੈਂਦੀ ਹੈ ਜਾਂ ਉਸ ਨੂੰ ਡਾਇਵਰਟ ਕਰਨਾ ਪੈਂਦਾ ਹੈ। ਗਗਨ ਆਧਾਰਿਤ LPV ਤਕਨੀਕ ਦੀ ਵਰਤੋਂ ਨਾਲ ਇਹ ਸਮੱਸਿਆ ਦੂਰ ਹੋਏਗੀ ਤੇ ਜਹਾਜ਼ਾਂ ਦੀ ਲੈਂਡਿੰਗ ਸੁਰੱਖਿਅਤ ਹੋਏਗੀ। ਖਰਾਬ ਮੌਸਮ ਜਾਂ ਘੱਟ ਵਿਜ਼ਿਬਿਲਿਟੀ ਵਿੱਚ ਜਹਾਜ਼ ਦੀ ਲੈਂਡਿੰਗ ਲਈ ਇਸਤੇਮਾਲ ਹੋਣ ਵਾਲੀ ਮੌਜੂਦਾ ਤਕਨੀਕ ILS ਬਹੁਤ ਮਹਿੰਗੀ ਹੈ। ਇਹੀ ਕਾਰਨ ਹੈ ਕਿ ਦੇਸ਼ ਭਰ ਵਿੱਚ 100 ਤੋਂ ਜ਼ਿਆਦਾ 에ਅਰਪੋਰਟ ਤੇ ਹਾਲੇ ਤੱਕ ਸਿਰਫ 50 ਤੋਂ ਕੁਝ ਹੀ ਜ਼ਿਆਦਾ ਰਨਵੇ ਤੇ ਇਸ ਸਿਸਟਮ ਨੂੰ ਲਗਾਇਆ ਗਿਆ ਹੈ। ਹਰ ਰਨਵੇ ਤੇ ਇਹ ਸਹੂਲਤ ਨਾ ਹੋਣ ਕਾਰਨ ਸਾਰੇ ਹਵਾਈ ਅੱਡਿਆਂ ਤੇ ਦੇਰ ਰਾਤ ਜਾਂ ਥੋੜੇ ਜਿਹੇ ਵੀ ਖਰਾਬ ਮੌਸਮ ਵਿੱਚ ਜਹਾਜ਼ ਲੈਂਡਿੰਗ ਦੀ ਆਗਿਆ ਨਹੀਂ ਦਿੱਤੀ ਜਾਂਦੀ। ਗਗਨ ਜਾਨੀ GPS EDO ਜਿਓ ਐਗਮੈਂਟਡ ਨੈਵੀਗੇਸ਼ਨ ਨੂੰ ਇਸਰੋ ਨੇ ਵਿਕਸਿਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਦੀ ਮਦਦ ਲਈ ਸੰਸਦ ਵਿੱਚ $33 ਅਰਬ ਦੇ ਵੱਡੇ ਪੈਕੇਜ ਦਾ ਪ੍ਰਸਤਾਵ ਰੱਖਿਆ ਹੈ। ਇਸ ਰਕਮ ਵਿੱਚੋਂ $20 ਅਰਬ ਫੌਜੀ ਸਹਾਇਤਾ ਲਈ ਤੇ $8.5 ਅਰਬ ਯੂਕਰੇਨੀ ਸਰਕਾਰ ਲਈ ਤੇ ਬਾਕੀ ਦੇ $3 ਅਰਬ ਲੋਕਾਂ ਦੀ ਮਦਦ ਲਈ ਦਿੱਤੇ ਜਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਇਸ ਲੜਾਈ ਦੀ ਕੀਮਤ ਸਸਤੀ ਨਹੀਂ ਹੈ, ਪਰ ਅਸੀਂ ਜੇਕਰ ਇਸ ਨੂੰ ਹੋਣ ਦਿੰਦੇ ਹਾਂ ਤਾਂ ਇਸ ਲਈ ਹਮਲੇ ਦਾ ਸ਼ਿਕਾਰ ਹੋਣਾ ਹੋਰ ਮਹਿੰਗਾ ਹੋਏਗਾ। ਰੂਸ ਯੂਕਰੇਨ ਜੰਗ ਵਿੱਚ 32ਵਾਂ ਦਿਨ ਵੱਡੀ ਤਬਾਹੀ ਹੈ। ਰੂਸ ਦੇ ਨਿਸ਼ਾਨ ਤੇ ਹੁਣ ਯੂਕਰੇਨ ਦਾ ਇਸ ਦੇ ਨਾਲ ਹੀ ਉਹਨਾਂ ਰੂਸ ਦੇ ਪੂੰਜੀਪਤੀਆਂ ਦੀ ਸੰਪਤੀਆਂ ਤੇ ਕਬਜ਼ਾ ਕਰਨ ਅਤੇ ਇਹਨਾਂ ਪੈਸਿਆਂ ਨਾਲ ਯੂਕਰੇਨ ਦੀ ਮਦਦ ਕਰਨ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਦਾ ਜ਼ਿਕਰ ਕੀਤਾ ਹੈ। ਬਾਈਡਨ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹ ਸਿਰਫ ਯੂਕਰੇਨ ਦੀ ਮਦਦ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਰੂਸ ਤੇ ਹਮਲਾ ਨਹੀਂ ਕਰ ਰਹੇ ਹਾਂ, ਅਸੀਂ ਯੂਕਰੇਨ ਨੂੰ ਰੂਸੀ ਹਮਲੇ ਤੋਂ ਬਚਾਉਣ ਵਿੱਚ ਮਦਦ ਕਰ ਰਹੇ ਹਾਂ। ਨਾਲ ਹੀ ਉਹਨਾਂ ਨੇ ਪਰਮਾਣੂ ਯੁੱਧ ਦੀ ਸੰਭਾਵਨਾਵਾਂ ਬਾਰੇ ਮਾਸਕੋ ਵੱਲੋਂ ਆ ਰਹੀ ਬਿਆਨਬਾਜ਼ੀ ਨੂੰ ਗਲਤ ਦੱਸਿਆ। ਬਾਈਡਨ ਨੇ ਕਿਹਾ ਕਿ ਕਿਸੇ ਨੂੰ ਵੀ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਨੂੰ ਲੈ ਕੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਉਹ ਇਸ ਦੀ ਵਰਤੋਂ ਕਰਨਗੇ। ਇਹ ਗੈਰ ਜ਼ਿੰਮੇਵਾਰਾਨਾ ਹੈ। ਹੁਣੇ ਜਿਹੇ ਰੂਸ ਦੀ ਗੈਸ ਕੰਪਨੀ ਨੇ ਨਾਟੋ ਤੇ ਯੂਰਪੀ ਸੰਘ ਦੇ ਮੈਂਬਰਾਂ ਬੁਲਗਾਰੀਆ ਤੇ ਪੋਲੈਂਡ ਦੀ ਗੈਸ ਸਪਲਾਈ ਬੰਦ ਕਰ ਦਿੱਤੀ ਹੈ। ਯੂਕਰੇਨ ਤੇ ਹਮਲਾ ਕਰਨ ਕਾਰਨ ਯੂਰਪੀ ਸੰਘ ਵੱਲੋਂ ਰੂਸ ਤੇ ਕਈ ਪ੍ਰਤੀਬੰਧ ਲਗਾਏ ਗਏ ਸਨ, ਜਿਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਸਖਤ ਰੁਖ ਅਪਣਾਉਂਦੇ ਹੋਏ ਸਾਫ਼ ਕੀਤਾ ਸੀ ਕਿ ਜੇਕਰ ਕੋਈ ਰੂਸ ਤੋਂ ਗੈਸ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਕੇਵਲ ਰੂਬਲ ਵਿੱਚ ਹੀ ਭੁਗਤਾਨ ਕਰਨਾ ਹੋਏਗਾ। ਰੂਸ ਦੀ ਇਸ ਸ਼ਰਤ ਨੂੰ ਪੂਰਾ ਕਰਨ ਨੂੰ ਲੈ ਕੇ ਪੋਲੈਂਡ ਤੇ ਬੁਲਗਾਰੀਆ ਦੀ ਗੈਸ ਸਪਲਾਈ ਨੂੰ ਰੋਕ ਦਿੱਤਾ ਗਿਆ। ਇਸ ਮੁੱਦੇ ਤੇ ਬਾਈਡਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਊਰਜਾ ਸਪਲਾਈ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਬਾਈਡਨ ਨੇ ਕਿਹਾ ਕਿ ਅਸੀਂ ਰੂਸ ਨੂੰ ਡਰਾਉਣ ਜਾਂ ਬਲੈਕਮੇਲ ਨਹੀਂ ਕਰਨ ਦੇਵਾਂਗੇ। ਅਸੀਂ ਉਹਨਾਂ ਨੂੰ ਆਪਣੇ ਹਮਲੇ ਦੇ ਨਤੀਜਿਆਂ ਤੋਂ ਬਚਣ ਲਈ ਸਾਡੇ ਤੇਲ ਤੇ ਗੈਸ ਦਾ ਇਸਤੇਮਾਲ ਕਰਨ ਦੀ ਆਗਿਆ ਨਹੀਂ ਦੇਵਾਂਗੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਗਲੇ ਮਹੀਨੇ ਦੱਖਣੀ ਕੋਰੀਆ ਤੇ ਜਾਪਾਨ ਦਾ ਦੌਰਾ ਕਰਨਗੇ ਅਤੇ ਟੋਕੀਓ ਵਿੱਚੋਂ ਕਵਾਡ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਟੋਕੀਓ ਵਿੱਚੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਬਾਈਡਨ 20 ਤੋਂ 24 ਮਈ ਤੱਕ ਦੱਖਣੀ ਕੋਰੀਆ ਅਤੇ ਜਾਪਾਨ ਦੀ ਯਾਤਰਾ ਕਰਨਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਜ਼ਾਕੀ ਨੇ ਬੁੱਧਵਾਰ ਨੂੰ ਕਿਹਾ, ਇਹ ਦੌਰਾ ਆਜ਼ਾਦ ਅਤੇ ਮੁਕਤ ਹਿੰਦ ਪ੍ਰਸ਼ਾਂਤ ਲਈ ਬਾਈਡਨ ਹੈਰਿਸ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਕਮਲਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਨੇ। ਬਾਈਡਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮੀਓ ਨਾਲ ਦੁਬੱਲੀ ਬੈਠਕ ਕਰਨਗੇ। ਸਾਕੀ ਨੇ ਕਿਹਾ, ਇਹ ਨੇਤਾ
ਸਾਡੇ ਮਹੱਤਵਪੂਰਨ ਸੁਰੱਖਿਆ ਸੰਬੰਧਾਂ ਨੂੰ ਡੂੰਘਾ ਕਰਨ, ਆਰਥਿਕ ਸੰਬੰਧਾਂ ਨੂੰ ਵਧਾਉਣ ਅਤੇ ਸਾਡੇ ਨਜ਼ਦੀਕੀ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ਤੇ ਚਰਚਾ ਕਰਨਗੇ। ਟੋਕੀਓ ਵਿੱਚ ਰਾਸ਼ਟਰਪਤੀ ਬਾਈਡਨ ਕਵਾੜ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰ ਬਾਰੇ ਹੋਰ ਵੇਰਵੇ ਜਲਦੀ ਸਾਂਝੇ ਕੀਤੇ ਜਾਣਗੇ। ਕਵਾੜ ਗਰੁੱਪ ਵਿੱਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਸ਼ਾਮਲ ਨੇ। ਪੈਂਟਾਗਨ ਦੇ ਸਾਬਕਾ ਸਿਖਰਲੇ ਅਧਿਕਾਰੀਆਂ ਨੇ ਅਮਰੀਕੀ ਕਾਨੂੰਨ ਸਾਜ਼ਾਂ ਨੂੰ ਦੱਸਿਆ ਕਿ ਭਾਰਤ ਨਾਲ ਰੱਖਿਆ ਵਪਾਰ ਕਰਨ ਵਿੱਚ ਆਫਸੈਟ ਲੋੜਾਂ ਵੱਡਾ ਅੜਿੱਕਾ ਨੇ। ਭਾਰਤ ਨੇ 2000 ਕਰੋੜ ਰੁਪਏ ਤੋਂ ਵੱਧ ਦੇ ਰੱਖਿਆ ਖਰੀਦ ਸਮਝੌਤਿਆਂ ਲਈ ਆਫਸੈਟ ਦੀ ਵਿਵਸਥਾ ਰੱਖੀ ਹੋਈ ਹੈ, ਜਿਸ ਤਹਿਤ ਸੰਬੰਧਿਤ ਕੰਪਨੀ ਨੂੰ ਕਰਾਰ ਰਾਸ਼ੀ ਦਾ 30% ਭਾਰਤ ਵਿੱਚ ਨਿਵੇਸ਼ ਕਰਨਾ ਹੋਏਗਾ। ਰੱਖਿਆ ਮੰਤਰਾਲੇ ਵਿੱਚ ਐਕੁਜ਼ੀਸ਼ਨ ਤੇ ਸਸਟੇਨਮੈਂਟ ਵਿਭਾਗ ਵਿੱਚ ਅਧੀਨ ਸਕੱਤਰ ਵਜੋਂ ਸੇਵਾਵਾਂ ਦੇਣ ਵਾਲੇ ਐਲਨ ਲਾਰਡ ਨੇ ਸਦਨ ਦੀ ਆਮ ਸਰਵਿਸਿਜ਼ ਬਾਰੇ ਕਮੇਟੀ ਨੂੰ ਦੱਸਿਆ, ਭਾਰਤ ਵਿੱਚ ਅਸਾਧਾਰਨ ਮੌਕੇ ਨੇ ਪਰ ਅਸਾਧਾਰਨ ਚੁਣੌਤੀਆਂ ਵੀ ਨੇ। ਅਸੀਂ ਭਾਰਤ ਨਾਲ ਕਈ ਅਹਿਮ ਸੁਰੱਖਿਆ ਸਮਝੌਤੇ ਨਹੀਂ ਕਰ ਸਕੇ ਜਿਸ ਦੀ ਸਾਨੂੰ ਉਮੀਦ ਸੀ। ਲਾਰਡ ਨੇ ਕਿਹਾ, ਸਾਡੇ ਸਾਹਮਣੇ S-400 ਨੂੰ ਲੈ ਕੇ ਹੋਏ ਕਰਾਰ ਬਾਰੇ ਕਈ ਚੁਣੌਤੀਆਂ ਨੇ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਚੀਜ਼ਾਂ ਨੇ, ਨਾਲ ਹੀ ਕਾਰੋਬਾਰ ਕਰਨ ਨੂੰ ਲੈ ਕੇ ਵੀ ਚੁਣੌਤੀਆਂ ਨੇ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਭਾਰਤ ਵਿੱਚ ਇਹ ਆਫਸੈਟ ਲੋੜਾਂ ਦੇ ਲਿਹਾਜ਼ ਤੋਂ ਕਾਫੀ ਜ਼ਿਆਦਾ ਨੇ। ਯਾਦ ਰਹੇ ਕਿ ਅਮਰੀਕਾ ਭਾਰਤ ਨਾਲ ਅਰਬਾਂ ਡਾਲਰ ਦੇ ਅਹਿਮ ਰੱਖਿਆ ਖਰੀਦ ਕਰਾਰਾਂ, ਜਿਸ ਵਿੱਚ ਗਾਰਡੀਅਨ ਡਰੋਨ ਵੀ ਸ਼ਾਮਲ ਨੇ, ਬਾਰੇ ਗੱਲਬਾਤ ਕਰ ਰਿਹਾ ਹੈ, ਜਿਸ ਦਰਮਿਆਨ ਰੱਖਿਆ ਵਪਾਰ 0 ਤੋਂ 18 ਅਰਬ ਡਾਲਰ ਤੱਕ ਪੁੱਜ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦੀ ਅਗਵਾਈ ਵਿੱਚ ਇੱਕ ਭਾਰਤੀ ਵਫਦ ਅਮਰੀਕਾ ਦੇ ਦੌਰੇ ਉੱਤੇ ਹੈ, ਜੋ ਕਿ ਉੱਥੇ ਦੋਵਾਂ ਮੁਲਕਾਂ ਦਰਮਿਆਨ ਸਿੱਖਿਆ ਦੇ ਖੇਤਰ ਵਿੱਚ ਭਾਈਵਾਲੀ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਅਮਰੀਕਾ ਦੀ 2+2 ਮੰਤਰੀ ਪੱਧਰ ਦੀ ਬੈਠਕ ਮੌਕੇ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਕਰਨ ਉੱਤੇ ਸਹਿਮਤੀ ਬਣੀ ਸੀ। ਪ੍ਰਭੂ, ਜੋ ਕਿ ਹਰਿਆਣਾ ਦੀ ਰਿਚੀ ਹੁੱਡ ਯੂਨੀਵਰਸਿਟੀ ਦੇ ਚਾਂਸਲਰ ਵੀ ਨੇ, ਅਮਰੀਕਾ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ ਹੈ। ਇਹਨਾਂ ਵਿੱਚ ਬੋਸਟਨ, ਨਿਊਯਾਰਕ, ਸ਼ਿਕਾਗੋ ਸ਼ਾਮਲ ਨੇ। ਉਹਨਾਂ ਕਈ ਕਾਰੋਬਾਰੀ ਆਗੂਆਂ, ਅਕਾਦਮਿਕ ਮਾਹਿਰਾਂ ਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ। ਸੁਰੇਸ਼ ਪ੍ਰਭੂ ਨੇ ਉਹਨਾਂ ਨੂੰ ਭਾਰਤ ਦੇ ਉਭਾਰ ਬਾਰੇ ਜਾਗਰੂਕ ਕੀਤਾ ਹੈ ਤੇ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਵਿੱਚ ਸਿੱਖਿਆ ਦੇ ਮਹੱਤਵ ਉੱਤੇ ਚਰਚਾ ਵੀ ਕੀਤੀ ਹੈ। ਇਹ ਵਫਦ ਅਮਰੀਕੀ ਯੂਨੀਵਰਸਿਟੀਆਂ ਨਾਲ ਸਮੈਸਟਰ ਐਕਸਚੇਂਜ ਪ੍ਰੋਗਰਾਮ ਤਹਿਤ ਭਾਈਵਾਲੀ ਪਾ ਰਿਹਾ ਹੈ। ਅਮਰੀਕਾ ਵਿੱਚ ਮਿਸੀਸਿਪੀ ਦੇ ਗਲਫ ਕੋਸਟ ਮੋਟਲ ਵਿੱਚ ਗੋਲਾਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਮਿਸੀਸਿਪੀ ਦੇ ਗਲਫ ਕੋਸਟ ਇੱਕ ਜਗ੍ਹਾ ਗੋਲਾਬਾਰੀ ਹੋਈ, ਜਿਸ ਕਾਰਨ 2 ਕਰਮਚਾਰੀਆਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਗੋਲਾਬਾਰੀ ਵਿੱਚ ਸ਼ਾਮਲ ਸ਼ੱਕੀ ਬਾਅਦ ਵਿੱਚ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਇਹ ਤਦ ਹੋਇਆ ਜਦ ਉਸਨੇ ਇੱਕ ਕਾਰ ਜੈਕਿੰਗ ਡਕੈਤੀ ਦੌਰਾਨ ਇੱਕ ਹੋਰ ਵਿਅਕਤੀ ਦੀ ਹੱਤਿਆ ਕਰ ਦਿੱਤੀ। ਸ਼ੱਕੀ ਦੀ ਪਛਾਣ 32 ਸਾਲਾ ਜੈਰਮੀ ਅਲੈਗਜ਼ੈਂਡਰ ਦੇ ਰੂਪ ਵਿੱਚ ਹੋਈ। ਵਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ 55 ਤੋਂ ਵੱਧ ਦੇਸ਼ਾਂ ਨੇ ਇੰਟਰਨੈਟ ਦੇ ਭਵਿੱਖ ਬਾਰੇ ਮੈਨੀਫੈਸਟੋ ਦਾ ਐਲਾਨ ਕੀਤਾ। ਇਸ ਦੇ ਦਰਵਾਜ਼ੇ ਭਾਰਤ ਵਰਗੇ ਦੇਸ਼ਾਂ ਲਈ ਅਜੇ ਵੀ ਖੁੱਲੇ ਨੇ ਜੋ ਸ਼ਾਮਲ ਨਹੀਂ ਹੋਏ ਹਨ। ਵਾਈਟ ਹਾਊਸ ਨੇ ਕਿਹਾ ਕਿ ਇੰਟਰਨੈਟ ਦੇ ਭਵਿੱਖ ਲਈ ਐਲਾਨ ਡਿਜੀਟਲ ਤਾਨਾਸ਼ਾਹੀ ਦੇ ਵੱਧ ਰਹੇ ਰੁਝਾਨ ਦਾ ਜਵਾਬ ਹੈ, ਜਿਸ ਵਿੱਚ ਯੂਕਰੇਨ ਦੇ ਹਮਲੇ ਦੌਰਾਨ ਭਰੋਸੇਯੋਗ ਖਬਰ ਸਾਈਟਾਂ ਨੂੰ ਬਲੌਕ ਕਰਨ ਤੇ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਲਈ ਰੂਸ ਦੀਆਂ ਕਾਰਵਾਈਆਂ ਸ਼ਾਮਲ ਨੇ। ਉਸਨੇ ਕਿਹਾ, ਇਹ ਐਲਾਨ ਇੰਟਰਨੈਟ ਤੇ ਡਿਜੀਟਲ ਟੈਕਨੋਲੋਜੀਆਂ ਲਈ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਭਾਈਵਾਲਾਂ ਵਿਚਕਾਰ ਇੱਕ ਸਿਆਸੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ 21ਵੀਂ ਸਦੀ ਦੁਆਰਾ ਪੇਸ਼ ਕੀਤੇ ਗਏ ਗਲੋਬਲ ਮੌਕਿਆਂ ਤੇ ਚੁਣੌਤੀਆਂ ਦੇ ਮੱਦੇਨਜ਼ਰ ਇੰਟਰਨੈਟ ਦੇ ਵਾਅਦੇ ਤੇ ਮੁੜ ਜ਼ੋਰ ਦਿੰਦਾ ਹੈ। ਇਹ ਇੱਕ ਵਿਸ਼ਵ ਵਿਆਪੀ ਇੰਟਰਨੈਟ ਲਈ ਭਾਈਵਾਲਾਂ ਦੀ ਵਚਨਬੱਧਤਾ ਨੂੰ ਵੀ ਪ੍ਰਗਟਾ ਕਰਦਾ ਹੈ, ਜੋ ਸੱਚਮੁੱਚ ਖੁੱਲ੍ਹਾ ਹੈ ਤੇ ਮਨੁੱਖੀ ਅਧਿਕਾਰਾਂ ਲਈ ਮੁਕਾਬਲੇ ਤੇ ਸਨਮਾਨ ਨੂੰ ਉਤਸ਼ਾਹਿਤ ਕਰਦਾ ਹੈ। ਅਮਰੀਕਾ ਨੇ ਇਸ ਐਲਾਨ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਨ੍ਹਾਂ ਦੇਸ਼ਾਂ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬੈਲਜੀਅਮ, ਬੁਲਗਾਰੀਆ, ਕੈਨੇਡਾ, ਡੈਨਮਾਰਕ, ਯੂਰੋਪੀਅਨ ਕਮਿਸ਼ਨ, ਫਰਾਂਸ ਆਦਿ ਦੇਸ਼ ਸ਼ਾਮਲ ਨੇ। ਭਾਰਤ ਦੇ ਬਾਰੇ ਵਿੱਚ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਮੈਨੀਫੈਸਟੋ ਵਿੱਚ ਸ਼ਾਮਲ ਨਹੀਂ ਹੈ, ਪਰ ਭਾਰਤ ਲਈ ਇਸ ਦਾ ਹਿੱਸਾ ਬਣਨ ਦਾ ਸਮਾਂ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਕੈਨੇਡਾ ਦੇ 25 ਮੋਸਟ ਵਾਂਟਡ ਪਕੌੜਿਆਂ ਵਿੱਚ ਸ਼ਾਮਲ 32 ਸਾਲ ਦੇ ਅਬਿਲਾਜ਼ੀਜ਼ ਮੁਹੰਮਦ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜੋ ਕਿ ਕਤਲ ਕੇਸ ਵਿੱਚ ਲੜਿੰਦਾ ਸੀ। ਲੱਖਾਂ ਡਾਲਰ ਦਾ ਇਨਾਮ ਰੱਖਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਇੱਕ ਗੁਪਤ ਸੂਹ ਮਿਲੀ, ਜਿਸ ਦੇ ਆਧਾਰ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਟੋਰਾਂਟੋ ਪੁਲਿਸ ਦੇ ਸੀਨੀਅਰ ਅਧਿਕਾਰੀ ਜੇਮਸ ਰੈਮਰ ਨੇ ਇੱਕ ਪ੍ਰੈਸ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਭਗੌੜਿਆਂ ਦੇ ਸਿਰ ਤੇ ਲੱਖਾਂ ਡਾਲਰ ਦਾ ਇਨਾਮ ਰੱਖਿਆ ਗਿਆ ਹੈ, ਉਸੇ ਤਰ੍ਹਾਂ ਕਤਲ ਹੋਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਵਿੱਤੀ ਮਦਦ ਲਈ ਵੀ ਕੋਈ ਕਦਮ ਚੁੱਕਣਾ ਚਾਹੀਦਾ ਹੈ। ਐਲਨ ਮਸਕ ਵੱਲੋਂ ਟਵਿੱਟਰ ਨੂੰ ਐਕਵਾਇਰ ਕਰਨ ਤੋਂ ਬਾਅਦ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਕਿ CEO ਪਰਾਗ ਅਗਰਵਾਲ ਨੂੰ ਕੱਢਿਆ ਜਾ ਸਕਦਾ ਹੈ। ਇਸ ਦੀ ਵੱਡੀ ਵਜ੍ਹਾ ਫ੍ਰੀ ਸਪੀਚ ਨੂੰ ਲੈ ਕੇ ਮਸਕ ਨਾਲ ਉਹਨਾਂ ਦੇ ਮਤਭੇਦ ਨੇ। ਜਿੱਥੇ ਪਰਾਗ ਟਵਿੱਟਰ ਨੂੰ ਇੱਕ ਫ੍ਰੀ ਸਪੀਚ ਪਲੇਟਫਾਰਮ ਮੰਨਦੇ ਨੇ, ਉੱਥੇ ਮਸਕ ਕੰਪਨੀ ਪਾਲਿਸੀ ਤੇ
ਸੈਂਸਰਸ਼ਿਪ ਦਾ ਵਿਰੋਧ ਕਰਦੇ ਨੇ। ਪ੍ਰਾਗ ਅਗਰਵਾਲ ਨੇ ਆਪਣੇ ਤਾਜ਼ਾ ਟਵੀਟ ਵਿੱਚ ਕਿਹਾ, ਮੈਂ ਇਹ ਜੌਬ ਟਵਿੱਟਰ ਨੂੰ ਬਿਹਤਰ ਬਣਾਉਣ ਲਈ ਕੀਤੀ ਸੀ ਤੇ ਲੋੜ ਮੁਤਾਬਕ ਸਰਵਿਸ ਨੂੰ ਚੰਗਾ ਕੀਤਾ ਹੈ। ਮੈਨੂੰ ਆਪਣੇ ਲੋਕਾਂ ਤੇ ਮਾਣ ਹੈ ਜਿਨ੍ਹਾਂ ਨੇ ਇੰਨੇ ਰੌਲੇ ਦੇ ਬਾਵਜੂਦ ਫੋਕਸ ਤੇ ਤਤਪਰਤਾ ਨਾਲ ਕੰਮ ਕਰਨਾ ਜਾਰੀ ਰੱਖਿਆ। ਪ੍ਰਾਗ ਦੇ ਇਸ ਟਵੀਟ ਤੇ ਪੈਰੋਡੀ ਅਕਾਊਂਟ ਨਾਟ ਪ੍ਰਾਗ ਅਗਰਵਾਲ ਨੇ ਜਵਾਬ ਦਿੱਤਾ, ਮੈਨੂੰ ਅਜਿਹਾ ਲੱਗਾ ਕਿ ਮੈਨੂੰ ਕੱਢ ਦਿੱਤਾ ਗਿਆ ਹੈ। ਇਸ ਤੇ CEO ਨੇ ਕਿਹਾ, ਨਹੀਂ ਅਸੀਂ ਹਲੇ ਵੀ ਇੱਥੇ ਹਾਂ। ਦੱਸਣਯੋਗ ਹੈ ਕਿ ਟਵਿੱਟਰ ਤੋਂ ਪ੍ਰਾਗ ਅਗਰਵਾਲ ਦੀ ਵਿਦਾਈ ਇੰਨੀ ਆਸਾਨ ਨਹੀਂ ਹੈ। ਜੇਕਰ ਮਸਕ ਉਹਨਾਂ ਨੂੰ ਹਟਾਉਂਦੇ ਨੇ ਤਾਂ ਉਹਨਾਂ ਨੂੰ 221 ਕਰੋੜ ਰੁਪਏ ਦੇਣੇ ਪੈਣਗੇ। ਮੁਲਾਜ਼ਮਾਂ ਨੂੰ ਸੰਬੋਧਿਤ ਕਰਦਿਆਂ ਪ੍ਰਾਗ ਅਗਰਵਾਲ ਦਾ ਆਡੀਓ ਸਾਹਮਣੇ ਆਇਆ ਹੈ। ਆਡੀਓ ਵਿੱਚ ਪ੍ਰਾਗ ਮੁਲਾਜ਼ਮਾਂ ਨੂੰ ਕਹਿੰਦੇ ਨੇ ਕਿ ਮਸਕ ਜਲਦੀ ਹੀ ਉਹਨਾਂ ਦੀਆਂ ਚਿੰਤਾਵਾਂ ਦੂਰ ਕਰਨਗੇ। ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆਉਣ ਦੇ ਤਰੀਕੇ ਲੱਭਾਂਗੇ। ਇੱਕ ਵਾਰ ਸੌਦਾ ਪੂਰਾ ਹੋ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਫੈਸਲੇ ਲਏ ਜਾਣਗੇ। ਹਾਲਾਂਕਿ ਉਦੋਂ ਤੱਕ ਕਿਸੇ ਤਰ੍ਹਾਂ ਦੀ ਛਾਂਟੀ ਨਹੀਂ ਹੋਏਗੀ। ਉਧਰ ਮਸਕ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਟਵਿੱਟਰ DM ਕੋਲ ਸਿਗਨਲ ਦੀ ਤਰ੍ਹਾਂ ਐਂਡ ਟੂ ਐਂਡ ਇਨਕ੍ਰਿਪਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਨਾ ਤਾਂ ਕੋਈ ਤੁਹਾਡੇ ਸੰਦੇਸ਼ਾਂ ਦੀ ਜਾਸੂਸੀ ਕਰ ਸਕੇ ਤੇ ਨਾ ਹੀ ਉਸ ਨੂੰ ਹੈਕ ਕਰ ਸਕੇ। ਸਿਆਟਲ ਦੀ ਰੈਡਮੰਡ ਸਿਟੀ ਵੱਲੋਂ 2020 ਵਿੱਚ ਰੈਡਮੰਡ ਪੁਲਿਸ ਅਧਿਕਾਰੀ ਵੱਲੋਂ ਗਲਤੀ ਨਾਲ ਗੋਲੀ ਮਾਰ ਕੇ ਮਾਰੀ ਗਈ ਇੱਕ ਔਰਤ ਦੇ ਪਰਿਵਾਰ ਨਾਲ ਰੈਡਮੰਡ ਸਿਟੀ ਵੱਲੋਂ ਕੀਤੇ ਗਏ ਸਮਝੌਤੇ ਤਹਿਤ ਸਿਟੀ ਮ੍ਰਿਤਕ ਔਰਤ ਦੇ 8 ਸਾਲਾ ਬੇਟੇ ਤੇ ਉਸਦੇ ਮਾਤਾ-ਪਿਤਾ ਨੂੰ $75 ਲੱਖ ਦੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਰੈਡਮੰਡ ਪੁਲਿਸ ਨੂੰ ਸਾਲ 2020 ਵਿੱਚ 911 ਤੇ ਇੱਕ ਫੋਨ ਕਾਲ ਆਉਂਦੀ ਹੈ ਜੋ ਔਰਤ ਐਡਰੀਆ ਚੁਰਕਾ ਨੇ ਕੀਤੀ ਸੀ। ਉਸ ਨੂੰ ਸ਼ੱਕ ਹੈ ਕਿ ਕੋਈ ਉਸਦੇ ਘਰ ਅੰਦਰ ਲੁਕਿਆ ਹੋਇਆ ਹੈ। ਕੁਝ ਚਿਰ ਬਾਅਦ ਪੁਲਿਸ ਅਧਿਕਾਰੀ ਆਏ ਤਾਂ ਉਸਨੇ ਆਉਂਦੇ ਹੀ ਘਰ ਦੇ ਬਾਹਰ ਖੜੀ ਘਰ ਦੀ ਮਾਲਕਨ ਔਰਤ ਐਡਰੀਆ ਨੂੰ ਆਪਣੀਆਂ ਰਾਈਫਲਾਂ ਨਾਲ 6 ਗੋਲੀਆਂ ਮਾਰ ਕੇ ਮਾਰ ਦਿੱਤਾ। ਅਸਲ ਵਿੱਚ ਪੁਲਿਸ ਅਧਿਕਾਰੀ ਡੈਨੀਅਲ ਮੈਡੋਜ਼ਾ ਨੇ ਉਸ ਔਰਤ ਨੂੰ ਗੈਰ ਸਮਾਜਿਕ ਤੱਤ ਸਮਝ ਲਿਆ ਸੀ ਤਾਂ ਉਸ ਤੇ 6 ਗੋਲੀਆਂ ਮਾਰ ਕੇ ਮਾਰ ਦਿੱਤਾ। ਪਹਿਲਾਂ ਪੁਲਿਸ ਕਹਿੰਦੀ ਰਹੀ ਕਿ ਉਸ ਔਰਤ ਕੋਲ ਹਥਿਆਰ ਸੀ, ਪਰ ਪੁਲਿਸ ਮੁਖੀ ਰੈਡਮੰਡ ਲੌਬ ਨੇ ਕਿਹਾ ਕਿ ਉਕਤ ਮ੍ਰਿਤਕ ਔਰਤ ਕੋਲ ਕੋਈ ਹਥਿਆਰ ਨਹੀਂ ਸੀ। ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਾਨੀਆ ਜੋਲੀ ਨੇ ਯੂਕਰੇਨ ਦੇ ਵੱਖਵਾਦੀ ਡੋਨਬਾਸ ਖੇਤਰ ਨੂੰ ਬਣਾਉਣ ਵਾਲੇ ਲੁਹਾਂਸਕ ਅਤੇ ਡੋਨੇਟਸਕ ਦੀਆਂ ਪੀਪਲਸ ਕੌਂਸਲਾਂ ਦੇ 11 ਸੀਨੀਅਰ ਅਧਿਕਾਰੀਆਂ ਤੇ 192 ਹੋਰ ਮੈਂਬਰਾਂ ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਸ਼ਿਨੂਹਾ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੈਨੇਡਾ ਯੂਕਰੇਨ ਦੀ ਧਰਤੀ ਤੋਂ ਰੂਸੀ ਫੌਜਾਂ ਦੀ ਤੁਰੰਤ ਵਾਪਸੀ ਦੀ ਮੰਗ ਕਰਦਾ ਰਿਹਾ ਹੈ ਅਤੇ ਇਹ ਉਪਾਅ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਹੋਰ ਦਬਾਅ ਬਣਾਉਂਦੇ ਨੇ। 2014 ਤੋਂ ਕੈਨੇਡਾ ਨੇ 1400 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਤੇ ਪਾਬੰਦੀਆਂ ਲਗਾਈਆਂ ਨੇ। ਇਹਨਾਂ ਵਿੱਚੋਂ ਬਹੁਤ ਸਾਰੀਆਂ ਪਾਬੰਦੀਆਂ ਕੈਨੇਡਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਤਾਲਮੇਲ ਕਰਕੇ ਲਗਾਈਆਂ ਗਈਆਂ ਨੇ। ਕੈਨੇਡਾ ਦੀਆਂ ਨਵੀਨਤਮ ਪਾਬੰਦੀਆਂ ਸੂਚੀਬੱਧ ਵਿਅਕਤੀਆਂ ਅਤੇ ਸੰਸਥਾਵਾਂ ਤੇ ਸੰਪਤੀ ਫਰੀਜ਼ ਅਤੇ ਹੋਰ ਪਾਬੰਦੀਆਂ ਲਾਉਂਦੀਆਂ ਨੇ। 24 ਫਰਵਰੀ ਤੋਂ ਜਦੋਂ ਰੂਸ ਨੇ ਯੂਕਰੇਨ ਤੇ ਆਪਣਾ ਹਮਲਾ ਸ਼ੁਰੂ ਕੀਤਾ, ਕੈਨੇਡਾ ਨੇ ਲਗਭਗ 1000 ਵਿਅਕਤੀਆਂ ਅਤੇ ਸੰਸਥਾਵਾਂ ਤੇ ਪਾਬੰਦੀਆਂ ਲਗਾਈਆਂ ਨੇ। ਹੈਲਥ ਕੈਨੇਡਾ ਨੇ ਸਮਲਿੰਗੀ ਪੁਰਸ਼ਾਂ ਤੇ ਖੂਨਦਾਨ ਕਰਨ ਤੋਂ ਪਾਬੰਦੀ ਹਟਾ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਦਮ ਨੂੰ ਸਾਰੇ ਕੈਨੇਡੀਅਨਾਂ ਲਈ ਚੰਗੀ ਖਬਰ ਦੱਸਦਿਆਂ ਕਿਹਾ ਕਿ ਹਾਲਾਂਕਿ ਇਸ ਵਿੱਚ ਲੰਬਾ ਸਮਾਂ ਲੱਗਿਆ। ਟਰੂਡੋ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਪਾਬੰਦੀ 10 ਤੋਂ 15 ਸਾਲ ਪਹਿਲਾਂ ਹਟਾਈ ਜਾਣੀ ਚਾਹੀਦੀ ਸੀ। ਖੋਜ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਨਾਲ ਖੂਨ ਦੀ ਸਪਲਾਈ ਦੀ ਸੁਰੱਖਿਆ ਤੇ ਕੋਈ ਅਸਰ ਨਹੀਂ ਪਏਗਾ। ਫਿਰ ਵੀ ਪਿਛਲੀਆਂ ਸਰਕਾਰਾਂ ਨੇ ਇਹ ਕਦਮ ਨਹੀਂ ਚੁੱਕਿਆ। ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਖੂਨਦਾਨ ਨਿਯਮਾਂ ਨੂੰ ਬਦਲਣ ਦੇ ਸੁਰੱਖਿਆ ਪਹਿਲੂਆਂ ਦੀ ਖੋਜ ਕਰਨ ਲਈ $39 ਲੱਖ ਖਰਚ ਕੀਤੇ ਨੇ ਤੇ ਕਈ ਵਿਗਿਆਨਕ ਰਿਪੋਰਟਾਂ ਨੇ ਦਿਖਾਇਆ ਹੈ ਕਿ ਸਾਡੀ ਖੂਨ ਦੀ ਸਪਲਾਈ ਸੁਰੱਖਿਅਤ ਬਣੀ ਰਹੇਗੀ। ਬਲੱਡ ਸਰਵਿਸਿਜ਼ ਨੇ ਹੈਲਥ ਕੈਨੇਡਾ ਨੂੰ ਅਜਿਹੀ ਨੀਤੀ ਨੂੰ ਖਤਮ ਕਰਨ ਦੀ ਅਪੀਲ ਕੀਤੀ। ਰੂਸੀ ਫੌਜ ਯੂਕਰੇਨ ਵਿੱਚ ਤਬਾਹੀ ਮਚਾ ਰਹੀ ਹੈ। ਇਸ ਵਿੱਚ ਜੰਗ 'ਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ। ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਨੇ ਰੂਸ ਤੇ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਵੀ ਯੂਕਰੇਨ ਵਿੱਚ ਰੂਸੀ ਫੌਜ ਦੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ ਹੈ। ਨਿਊਜ਼ ਏਜੰਸੀ ਰਾਇਟਸ ਮੁਤਾਬਕ ਕੈਨੇਡੀਅਨ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਯੂਕਰੇਨ ਵਿੱਚ ਰੂਸ ਦੇ ਹਮਲਿਆਂ ਨੂੰ ਨਸਲਕੁਸ਼ੀ ਕਹਿਣ ਲਈ ਸਰਬਸੰਮਤੀ ਨਾਲ ਵੋਟ ਦਿੱਤੀ। ਸੰਸਦ ਦੇ ਮੈਂਬਰਾਂ ਨੇ ਕਿਹਾ ਕਿ ਮਾਸਕੋ ਵੱਲੋਂ ਕੀਤੇ ਗਏ ਮਨੁੱਖਤਾ ਵਿਰੁੱਧ ਵੱਡੇ ਪੱਧਰ ਤੇ ਜੰਗੀ ਅਪਰਾਧਾਂ ਦੇ ਪੁਖਤਾ ਸਬੂਤ ਨੇ। ਕੈਨੇਡੀਅਨ ਹਾਊਸ ਆਫ ਕਾਮਨਸ ਦੇ ਮਤੇ ਵਿੱਚ ਕਿਹਾ ਗਿਆ ਹੈ ਕਿ ਰੂਸ ਵੱਲੋਂ ਜੰਗੀ ਅਪਰਾਧਾਂ ਵਿੱਚ ਵੱਡੇ ਪੱਧਰ ਤੇ ਯੂਕਰੇਨੀ ਨਾਗਰਿਕਾਂ ਦੀ ਜਾਣਬੁੱਝ ਕੇ ਹੱਤਿਆ ਦੀ ਯੋਜਨਾਬੰਦ ਉਦਾਹਰਨਾਂ ਮਿਲ ਰਹੀਆਂ ਨੇ। ਇਹਨਾਂ ਵਿੱਚ ਲਾਸ਼ਾਂ ਨਾਲ ਬਦਸਲੂਕੀ, ਯੂਕਰੇਨੀ ਬੱਚਿਆਂ ਦਾ ਜ਼ਬਰਦਸਤੀ ਤਬਾਦਲਾ, ਤਸ਼ੱਦਦ, ਸਰੀਰਕ ਨੁਕਸਾਨ, ਮਾਨਸਿਕ ਪਰੇਸ਼ਾਨੀ ਤੇ ਬਲਾਤਕਾਰ ਵਰਗੇ ਅਪਰਾਧ ਸ਼ਾਮਲ ਨੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਹਾਲ ਹੀ ਵਿੱਚ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਆਪਣੇ ਸੰਬੋਧਨ ਦੌਰਾਨ ਰੂਸ ਤੇ ਨਿਸ਼ਾਨਾ ਸਾਧਿਆ ਸੀ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਦਾ ਰਵੱਈਆ ਅੱਤਵਾਦੀਆਂ ਤੋਂ ਵੱਖ ਨਹੀਂ ਹੈ। ਉਹਨਾਂ ਨੇ ਕਿਹਾ ਕਿ ਦੁਨੀਆ ਨੂੰ ਅਜੇ ਤੱਕ ਯੂਕਰੇਨ ਦਾ ਪੂਰਾ ਸੱਚ ਨਹੀਂ ਪਤਾ। ਜ਼ੈਲੈਂਸਕੀ ਨੇ ਕਿਹਾ ਬੂਚਾ ਸ਼ਹਿਰ ਨੂੰ ਰੂਸੀ ਫੌਜਾਂ ਦੇ ਕਬਜ਼ੇ ਤੋਂ ਮੁਕਤ ਕਰਨ ਤੋਂ ਬਾਅਦ ਉੱਥੇ ਸਮੂਹਿਕ ਕਬਰਾਂ ਮਿਲੀਆਂ ਨੇ, ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰੇਸ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨਾਲ ਗੱਲਬਾਤ ਕਰਨ ਲਈ ਬੁੱਧਵਾਰ ਨੂੰ ਯੂਕਰੇਨ ਪਹੁੰਚੇ। ਇਸ ਤੋਂ ਪਹਿਲਾਂ ਮਾਸਕੋ ਵਿੱਚ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮਾਰੀਓਪੋਲ ਵਿੱਚ ਅਜ਼ੋਵਸਤਲ ਪਲਾਂਟ ਤੋਂ ਨਾਗਰਿਕਾਂ ਨੂੰ ਕੱਢਣ ਵਿੱਚ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਕਰਨ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ। ਪਿਛਲੇ 2 ਮਹੀਨਿਆਂ ਤੋਂ ਰੂਸ ਤੇ ਯੂਕਰੇਨ ਵਿੱਚ ਜੰਗ ਜਾਰੀ ਹੈ। ਇੱਥੋਂ 2 ਮਹੀਨਿਆਂ 'ਚ ਰੂਸ ਤੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਲੱਖਾਂ ਲੋਕ ਆਪਣਾ ਦੇਸ਼ ਛੱਡ ਗੁਆਂਢੀ ਦੇਸ਼ਾਂ ਵਿੱਚ ਪਲਾਇਨ ਕਰਨ ਨੂੰ ਮਜਬੂਰ ਹੋ ਗਏ। ਹੁਣ ਸੈਟੇਲਾਈਟ ਇਮੇਜ ਰਾਹੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਰੂਸ ਨੇ ਇਸ ਜੰਗ ਦੇ ਮੈਦਾਨ ਵਿੱਚ ਡਾਲਫਿਨਸ ਨੂੰ ਉਤਾਰ ਦਿੱਤਾ। ਦਰਅਸਲ ਰੂਸ ਨੇ ਕਾਲਾ ਸਾਗਰ ਦੇ ਜਲ ਸੈਨਾ ਮਿਲਟਰੀ ਅੱਡੇ ਤੇ ਡਾਲਫਿਨ ਨੂੰ ਤਾਇਨਾਤ ਕੀਤਾ ਹੈ। ਇਸ ਤਸਵੀਰ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਨੇ ਕਿ ਰੂਸ ਜਲ ਸੈਨਾ ਦੇ ਬੇੜੇ ਤੇ ਪਾਣੀ ਦੇ ਅੰਦਰ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਡਾਲਫਿਨ ਦਾ ਇਸਤੇਮਾਲ ਕਰ ਰਿਹਾ। ਜ਼ਿਕਰਯੋਗ ਹੈ ਕਿ ਯੂਐਸ ਨੇਵਲ ਇੰਸਟੀਚਿਊਟ ਨੇ ਸੈਟੇਲਾਈਟ ਇਮੇਜ ਦੀ ਜਾਂਚ ਕੀਤੀ ਹੈ। ਜਾਂਚ ਤੋਂ ਪਤਾ ਚੱਲਿਆ ਹੈ ਕਿ ਫਰਵਰੀ ਵਿੱਚ ਜਦੋਂ ਰੂਸ ਨੇ ਯੂਕਰੇਨ ਤੇ ਅਟੈਕ ਦੀ ਸ਼ੁਰੂਆਤ ਕੀਤੀ ਸੀ, ਉਦੋਂ 2 ਡਾਲਫਿਨਾਂ ਨੂੰ ਫੌਜੀ ਅੱਡਿਆਂ ਤੇ ਲਿਜਾਇਆ ਗਿਆ ਸੀ। ਦੂਜੇ ਪਾਸੇ ਫੌਜੀ ਕੰਮਾਂ ਲਈ ਡਾਲਫਿਨਾਂ ਨੂੰ ਟ੍ਰੇਨਡ ਕਰਵਾਉਣ ਦਾ ਪੁਰਾਣਾ ਇਤਿਹਾਸ ਹੈ। ਰੂਸ ਇਹਨਾਂ ਡਾਲਫਿਨਸ ਦਾ ਇਸਤੇਮਾਲ ਸਮੁੰਦਰ ਦੇ ਹੇਠਾਂ ਮੌਜੂਦਾ ਚੀਜ਼ਾਂ ਨੂੰ ਲੱਭਣ ਤੇ ਦੁਸ਼ਮਣ ਦੇ ਗੁੱਤਾਖੋਰਾਂ ਦਾ ਪਤਾ ਲਗਾਉਣ ਲਈ ਕਰਦਾ ਹੈ। ਇਸ ਨਾਲ ਹੀ ਜਿਸ ਬੰਦਰਗਾਹ ਤੋਂ ਇਹ ਤਸਵੀਰ ਮਿਲੀ ਹੈ ਉਸ ਦਾ ਨਾਮ ਸੇਵਾਸਤੋਪੋਲ ਬੰਦਰਗਾਹ ਹੈ ਤੇ ਇਹ ਰੂਸੀ ਫੌਜ ਲਈ ਬਹੁਤ ਮਹੱਤਵਪੂਰਨ ਹੈ। ਇਹ ਬੰਦਰਗਾਹ ਕ੍ਰੀਮੀਆ ਦੇ ਦੱਖਣ ਵਿੱਚ ਸਥਿਤ ਹੈ। USNI ਮੁਤਾਬਕ ਬਹੁਤ ਸਾਰੇ ਰੂਸੀ ਜਹਾਜ਼ ਇੱਥੇ ਐਂਕਰ ਕਰਦੇ ਨੇ। ਇਸ ਨਾਲ ਹੀ ਫੌਜਾਂ ਦੇ ਇੱਥੇ ਡੇਰੇ ਲਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਬੰਦਰਗਾਹ ਦੁਸ਼ਮਣ ਦੀਆਂ ਮਿਜ਼ਾਈਲਾਂ ਦੀ ਰੇਂਜ ਤੋਂ ਬਾਹਰ ਹੈ। ਹਾਲਾਂਕਿ ਉਹਨਾਂ ਤੇ ਪਾਣੀ ਦੇ ਹੇਠਾਂ ਤੋਂ ਹਮਲਾ ਹੋਣ ਦਾ ਖਤਰਾ ਹਮੇਸ਼ਾ ਰਹਿੰਦਾ ਹੈ। ਫਰਾਂਸ ਵਿੱਚ ਚੋਣ ਜਿੱਤਣ ਤੋਂ ਬਾਅਦ ਜਨਤਕ ਤੌਰ ਤੇ ਘੁੰਮਣ ਨਿਕਲੇ ਰਾਸ਼ਟਰਪਤੀ ਮੈਕਰੋਂ ਇੱਕ ਲੋਕਾਂ ਦੀ ਭੀੜ ਦਾ ਸ਼ਿਕਾਰ ਬਣ ਗਏ। ਦਰਅਸਲ ਰਾਸ਼ਟਰਪਤੀ ਮੈਕਰੋਂ ਜਦ ਇੱਕ ਪੈਰਿਸ ਦੀ ਲੋਕਲ ਮਾਰਕੀਟ ਵਿੱਚ ਪੁੱਜੇ ਤਾਂ ਉਹਨਾਂ ਨੂੰ ਲੋਕਾਂ ਨੇ ਘੇਰ ਲਿਆ। ਮੈਕਰੋਂ ਦੇ ਗਾਰਡਸ ਨੇ ਭੀੜ ਨੂੰ ਰੋਕਣ ਲਈ ਲੋਕਾਂ ਨੂੰ ਧੱਕਾ ਦੇ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਨਾਰਾਜ਼ ਲੋਕ ਹੱਥੋਂ ਪਾਈ ਤੇ ਉਤਰ ਆਏ। ਇਸ ਵਿਚਾਲੇ ਕੁਝ ਨੇਤਾ ਕੈਰੀ ਬੈਗ ਤੋਂ ਟਮਾਟਰ ਕੱਢ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਰਾਸ਼ਟਰਪਤੀ ਦੇ ਗਾਰਡਸ ਨੇ ਤੁਰੰਤ ਐਕਸ਼ਨ ਵਿੱਚ ਆਉਂਦੇ ਹੋਏ ਕਵਰ ਸ਼ੀਲਡ ਤਿਆਰ ਕਰ ਲਈ ਹੈ। ਸਿੰਗਾਪੁਰ ਦੇ ਇੱਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਦੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਹੁਕਮ ਸੁਣਾਇਆ। ਇਸ ਤੋਂ ਇੱਕ ਦਿਨ ਪਹਿਲਾਂ ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਦਾ ਸਟ੍ਰੇਟਸ ਟਾਈਮਜ਼ ਦੀ ਖਬਰ ਮੁਤਾਬਕ ਦਾਚਿਨ ਮੂਰਤੀ ਕਟਈਆ ਨੂੰ ਸ਼ੁੱਕਰਵਾਰ ਨੂੰ ਫਾਂਸੀ ਦਿੱਤੀ ਜਾਣੀ ਸੀ। ਕਟਈਆ ਅਤੇ 12 ਹੋਰ ਮੌਤਾਂ ਦੀ ਸਜ਼ਾ ਦੇ ਦੋਸ਼ੀਆਂ ਨੇ ਅਟਾਰਨੀ ਜਨਰਲ ਦੇ ਚੈਂਬਰਸ ਵਿਰੁੱਧ ਇੱਕ ਸਿਵਲ ਅਰਜ਼ੀ ਦਾਇਰ ਕੀਤੀ ਸੀ ਤੇ ਆਪਣੀ ਨਿੱਜੀ ਪੱਤਰਾਂ ਦੇ ਖੁਲਾਸੇ ਵਿਰੁੱਧ ਹਰਜ਼ਾਨੇ ਦੀ ਮੰਗ ਕੀਤੀ ਸੀ। ਦਾਚਿਨ ਮੂਰਤੀ ਨੇ ਖੁਦ ਹਾਈ ਕੋਰਟ ਵਿੱਚ ਆਪਣਾ ਪੱਖ ਪੇਸ਼ ਕੀਤਾ। ਖਬਰ ਮੁਤਾਬਕ ਇਸ ਮਾਮਲੇ ਦੀ ਸੁਣਵਾਈ 20 ਮਈ ਨੂੰ ਹੋਏਗੀ। HS ਫੂਲਕਾ ਵੱਲੋਂ ਫੇਸਬੁੱਕ ਲਾਈਵ ਹੋ ਕੇ ਇੱਕ ਪੱਤਰਕਾਰ ਦਾ ਨਾਮ ਲੈਂਦਿਆਂ ਕਿਹਾ ਗਿਆ ਹੈ ਕਿ ਕਿਸ ਤਰੀਕੇ ਨਾਲ ਉਸ ਪੱਤਰਕਾਰ ਨੇ ਆਪਣੇ ਡਿਬੇਟ ਪ੍ਰੋਗਰਾਮ ਵਿੱਚ ਫੂਲਕਾ ਦੇ ਅਕਸ ਨੂੰ ਧੁੰਦਲਾ ਤੇ ਪੱਖਪਾਤੀ ਕਰਕੇ ਦਿਖਾਉਣ ਦਾ ਕੰਮ ਕੀਤਾ। ਉਹਨਾਂ ਨੇ ਨਾਲ ਇਹ ਵੀ ਜ਼ਿਕਰ ਕੀਤਾ ਹੈ ਕਿ ਉਸ ਪੱਤਰਕਾਰ ਦਾ ਬਹੁਤ ਸਤਿਕਾਰ ਵੀ ਕਰਦੇ ਸੀ, ਪਰ ਹੁਣ ਇਹ ਡਿਬੇਟ ਸੁਣ ਕੇ ਉਹਨਾਂ ਨੂੰ ਬਹੁਤ ਧੱਕਾ ਲੱਗਾ। ਇਸ ਤੋਂ ਬਾਅਦ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਉਹ SGPC ਦੀਆਂ ਚੋਣਾਂ ਸੰਬੰਧੀ ਕੰਮ ਕਰ ਰਹੇ ਸਨ। ਚੋਣਾਂ ਵੀ ਹੋ ਜਾਣਗੀਆਂ। ਇਹ ਚੋਣਾਂ 2011 ਵਿੱਚ ਹੋਈਆਂ ਸਨ ਤੇ ਇਹਨਾਂ ਦੀ ਮਿਆਦ 2016 ਵਿੱਚ ਖਤਮ ਹੋ ਗਈ ਸੀ। 2016 ਵਿੱਚ ਚੋਣਾਂ ਹੋਣੀਆਂ ਸਨ ਤੇ ਇਸ ਨੂੰ HS ਫੂਲਕਾ ਨੇ ਵਿਧਾਨ ਸਭਾ ਵਿੱਚ ਉਠਾਇਆ ਤੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਸੀ, ਕਿਉਂਕਿ ਕੇਂਦਰ ਸਰਕਾਰ ਨੇ ਇੱਕ ਜੱਜ ਨਿਯੁਕਤ ਕਰਨਾ ਹੁੰਦਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਚਿੱਠੀਆਂ ਰਾਹੀਂ ਇਹ ਵੀ ਅਪੀਲ ਕੀਤੀ ਸੀ ਕਿ ਜੱਜ ਜਲਦੀ ਤੋਂ ਜਲਦੀ ਨਿਯੁਕਤ ਕੀਤਾ ਜਾਏ ਤੇ ਕੇਂਦਰ ਨੇ ਇਹ ਗੱਲ ਮੰਨ ਕੇ ਵੀ ਜੱਜ ਨਿਯੁਕਤ ਕਰ ਦਿੱਤਾ ਸੀ। ਫੂਲਕਾ ਨੇ ਕੈਪਟਨ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਸਾਹਿਬ ਵੀ ਨਹੀਂ ਚਾਹੁੰਦੇ ਸਨ ਕਿ ਚੋਣਾਂ ਹੋ ਜਾਣ, ਇਸ ਲਈ ਉਹਨਾਂ ਨੇ ਜੱਜ ਸਾਹਿਬ ਨੂੰ ਸਟਾਫ ਤੱਕ ਵੀ ਮੁਹੱਈਆ ਨਹੀਂ ਕਰਵਾਇਆ। ਇੱਥੋਂ ਤੱਕ ਕਿ ਬਾਦਲ ਵੀ ਨਹੀਂ ਚਾਹੁੰਦੇ ਸੀ ਕਿ ਚੋਣਾਂ ਹੋਣ। ਹੁਣ ਫੇਰ ਫੂਲਕਾ ਨੇ ਕੋਸ਼ਿਸ਼ ਜਾਰੀ ਕੀਤੀ ਹੈ ਤੇ ਇਸ ਸੰਬੰਧੀ ਫੂਲਕਾ ਨੇ ਪੰਜਾਬ ਦੇ ਨਿਆਂ ਮੰਤਰੀ ਹਰਜੋਤ ਬੈਂਸ ਨੂੰ ਇਸ ਸੰਬੰਧੀ ਜਾਣੂ ਕਰਵਾਇਆ। ਇਸ ਸੰਬੰਧੀ ਹੀ ਫੂਲਕਾ ਨੇ ਪੰਥਕ ਮਾਮਲਿਆਂ ਦੇ ਇੰਚਾਰਜ ਗੁਰਤਾਰ ਸਿੰਘ ਰੰਧਾਵਾ ਨੂੰ ਜਾਣੂ ਕਰਵਾਇਆ ਗਿਆ। ਇੱਥੋਂ ਤੱਕ ਕਿ ਹਰਦੀਪ ਸਿੰਘ ਪੁਰੀ ਜੋ ਕਿ ਕੇਂਦਰੀ ਮੰਤਰੀ ਹਨ, ਨਾਲ ਵੀ ਫੂਲਕਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਬਾਦਲਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਇਹ ਚੋਣਾਂ ਹੋ ਜਾਂਦੀਆਂ ਨੇ ਤਾਂ ਉਹਨਾਂ ਹੱਥੋਂ ਬਹੁਤ ਕੁਝ
ਚਲਾ ਜਾਏਗਾ। ਫੂਲਕਾ ਅਨੁਸਾਰ ਬਾਦਲਾਂ ਵੱਲੋਂ ਉਹਨਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਬਾਦਲਾਂ ਦਾ ਇਹ ਬਿਆਨ ਕਿ ਐਸਜੀਪੀਸੀ ਉੱਤੇ ਫੂਲਕਾ ਬਾਕੀ ਰਾਜਨੀਤਿਕ ਪਾਰਟੀਆਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ, ਇਸ ਗੱਲ ਨੂੰ ਆਧਾਰ ਬਣਾ ਕੇ ਜੋ ਪੱਤਰਕਾਰ ਨੇ ਡਿਬੇਟ ਵੀ ਕੀਤੀ, ਇਸ ਸੰਬੰਧੀ ਵੀ ਫੂਲਕਾ ਵੱਲੋਂ ਰੋਸ ਜਤਾਇਆ ਗਿਆ। ਉਹਨਾਂ ਨੇ ਇਸ ਸਭ ਦੇ ਪਿੱਛੇ ਬਾਦਲਾਂ ਦੀ ਸਾਜ਼ਿਸ਼ ਨੂੰ ਕਰਾਰ ਦਿੱਤਾ। ਫੂਲਕਾ ਦਾ ਕਹਿਣਾ ਹੈ ਕਿ ਮੈਂ ਸਿਰਫ ਐਸਜੀਪੀਸੀ ਦੀਆਂ ਚੋਣਾਂ ਕਰਾਉਣ ਦਾ ਜੋ ਬੀੜਾ ਚੁੱਕਿਆ ਹੈ ਉਹ ਜ਼ਰੂਰ ਕਰਦੇ ਰਹਾਂਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।